यूनीफॉर्म जिहड़ा है सिविल कोड ਨੂੰ ਲੈ ਕੇ ਵੀ ਚਰਚਾਵਾਂ ਗਰਮ ਨੇ ਕਿ 2024 ਤੋਂ ਪਹਿਲਾਂ ਸ਼ਾਇਦ ਇਹ ਵੀ ਲਾਗੂ ਹੋ ਜਾਵੇ। ਕਿ ਲੋਕ ਸਭਾ ਦੀਆਂ ਚੋਣਾਂ ਇੱਕ ਵੱਖਰੇ ਢੰਗ ਨਾਲ ਹੋਣ, ਉਹ ਇੱਕ ਸੈੱਟ ਪੈਟਰਨ ਵਿੱਚ ਹੋਣ, ਪਰ ਜਿਹੜੀਆਂ ਡਾਇਵਰਸੀਫਿਕੇਸ਼ਨ ਦੀ ਸਿਚੁਏਸ਼ਨ ਆ ਉਹ ਖਤਮ ਨਹੀਂ ਹੋਣੀ ਚਾਹੀਦੀ। ਉਹ ਇਸ ਖੂਬਸੂਰਤੀ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ। ਤੁਸੀਂ ਸਾਊਥ ਵਿੱਚ ਜਾਓ, ਸਾਨੂੰ ਸਮਝ ਨਹੀਂ ਆਉਂਦਾ ਵੀ ਉਹ ਕੀ ਕਹਿੰਦੇ ਆ, ਹਨਾ। ਸਾਊਥ ਵਾਲਿਆਂ ਨੂੰ ਪੰਜਾਬੀ ਨਹੀਂ ਆਉਂਦੀ, ਸਾਨੂੰ ਕੰਨੜ ਵਗੈਰਾ ਨਹੀਂ ਆਉਂਦੀ, ਹਨਾ। ਇਟ ਮੀਨਸ ਉਹ ਵੱਖਰਾ ਮੁਲਕ ਹੈ। ਕਿਸਾਨ ਅੰਦੋਲਨ ਦੇ ਟਾਈਮ ਤੇ ਜਦੋਂ ਮੋਰਚਾ ਲੱਗਿਆ ਹੋਇਆ ਸੀ ਉਦੋਂ ਭਾਰਤ ਸਰਕਾਰ ਨੇ ਜਿਹੜਾ ਹੈ ਟਵਿੱਟਰ ਨੂੰ ਬੰਦ ਕਰਨ ਦੀ ਧਮਕੀ ਵੀ ਦਿੱਤੀ ਸੀ। ਉਸ ਤੋਂ ਬਾਅਦ ਆਪਾਂ ਦੇਖਦੇ ਵੀ ਜੈਕ ਡੋਰਸੀ ਦੇ ਉਹ ਜਿਹੜੇ ਕਾਰਜ ਨੇ ਉਹਨੇ ਕਿਹਾ, ਉਹ ਜਦੋਂ BBC ਦੀ ਡਾਕੂਮੈਂਟਰੀ ਆਈ ਹੈ ਤਾਂ BBC ਦੇ ਦਫ਼ਤਰਾਂ ਤੇ ਇਨਕਮ ਟੈਕਸ ਦੀਆਂ ਰੇਡਾਂ ਜਾਂ ਉਹਨਾਂ ਦੀ ਪੁੱਛ ਪੜਤਾਲ ਜਾਂ ਜੋ ਵੀ ਹੈ ਉਹ ਸਾਰਾ ਡਰਾਉਣ ਦਾ ਜਿਹੜਾ ਕਾਰਜ ਆ ਉਹ ਕਰਿਆ ਗਿਆ। ਇਟ ਮੀਨਸ ਕਿਸਾਨ ਮੋਰਚੇ ਤੋਂ ਸਰਕਾਰ ਇੰਨੀ ਡਰੀ ਹੋਈ ਸੀ। ਯੂਨੀਫਾਰਮ ਜਿਹੜਾ ਹੈ ਸਿਵਲ ਕੋਡ ਨੂੰ ਲੈ ਕੇ ਵੀ ਚਰਚਾਵਾਂ ਜਿਹੜੀਆਂ ਗਰਮ ਨੇ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਪਿਛਲੀ ਵਾਰੀ ਜੋ ਕੁਝ ਵਾਅਦੇ ਕੀਤੇ ਸੀ, ਚਾਹੇ ਰਾਮ ਮੰਦਿਰ ਵਾਲੇ ਹੋਣ ਜਾਂ ਕਸ਼ਮੀਰ ਦੇ ਵਿੱਚ ਧਾਰਾ 370 ਵਾਲੇ ਹੋਣ, ਉਸ ਦੇ ਵਿੱਚ ਕਿਤੇ ਨਾ ਕਿਤੇ ਯੂਨੀਫਾਰਮ ਸਿਵਲ ਕੋਡ ਦੀ ਵੀ ਗੱਲ ਕੀਤੀ ਸੀ। ਉਸ ਨੂੰ ਲੈ ਕੇ ਵੀ ਚਰਚਾਵਾਂ ਗਰਮ ਨੇ ਕਿ 2024 ਤੋਂ ਪਹਿਲਾਂ ਸ਼ਾਇਦ ਇਹ ਵੀ ਲਾਗੂ ਹੋ ਜਾਵੇ। ਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰਚਰਨ ਸਿੰਘ ਗਰੇਵਾਲ ਹੋਣਾ ਨੇ ਵੀ ਜਿਹੜਾ ਹੈ ਇਸ ਦੇ ਖਿਲਾਫ ਜਿਹੜਾ ਬਿਆਨ ਜਾਰੀ ਕੀਤਾ ਹੈ ਕਿ ਕਿਤੇ ਨਾ ਕਿਤੇ ਤੁਸੀਂ ਡਾਇਵਰਸਿਟੀ ਨੂੰ ਖਤਮ ਕਰ ਰਹੇ ਹੋ। ਕੀ ਕਹੋਗੇ ਇਸ ਦੇ ਬਾਰੇ? ਹਾਂਜੀ, ਸੋ ਇਹ ਜਿਹੜਾ ਭਾਰਤ ਆ, ਆਪਾਂ ਕਹੇ ਵੀ ਇੱਕ ਸਟੇਟ ਨਹੀਂ ਹੈ, ਨੇਸ਼ਨ ਸਟੇਟ ਨਹੀਂ ਹੈ, ਸੋ ਉਹਦੇ ਵਿੱਚ ਡਾਇਵਰਸਿਟੀ ਹੈ, ਬਹੁਤ ਵਿਭਿੰਨਤਾ ਹੈ, ਹਨਾ। ਹੁਣ ਤੁਸੀਂ ਪੰਜਾਬ ਤੋਂ ਚਲੇ ਜਾਓ, ਉੱਤਰ ਪ੍ਰਦੇਸ਼ ਜਾਂ ਬਿਹਾਰ ਤੱਕ ਤਾਂ ਚਲੋ ਲੋਕ ਹਿੰਦੀ ਬੋਲਦੇ ਆ, ਸਾਨੂੰ ਸਮਝ ਆ ਜਾਂਦਾ ਹੈ, ਨਾ। ਤੁਸੀਂ ਸਾਊਥ ਵਿੱਚ ਜਾਓ, ਸਾਨੂੰ ਸਮਝ ਨਹੀਂ ਆਉਂਦਾ ਵੀ ਉਹ ਕੀ ਕਹਿੰਦੇ ਆ, ਹਨਾ। ਸਾਊਥ ਵਾਲਿਆਂ ਨੂੰ ਪੰਜਾਬੀ ਨਹੀਂ ਆਉਂਦੀ, ਸਾਨੂੰ ਕੰਨੜ ਵਗੈਰਾ ਨਹੀਂ ਆਉਂਦੀ, ਹਨਾ। ਇਟ ਮੀਨਸ ਉਹ ਵੱਖਰਾ ਮੁਲਕ ਹੈ, ਜੀ, ਹਨਾ। ਇਸੇ ਤਰ੍ਹਾਂ ਹੁਣ ਤੁਸੀਂ ਮੀਜ਼ੋਰਮ ਜਾਂ ਮੇਘਾਲਿਆ ਜਾ ਕੇ ਪੰਜਾਬੀ ਜਾਂ ਹਿੰਦੀ ਬੋਲੋ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ, ਨਹੀਂ ਆਉਣੀ, ਸਹੀ ਗੱਲ, ਠੀਕ ਹੈ ਨਾ। ਇਟ ਮੀਨਸ ਉਹ ਵੀ ਵੱਖਰਾ ਮੁਲਕ ਹੈ, ਨਾ। ਸੋ ਹੋ ਸਕਦਾ ਹੈ ਮੇਘਾਲਿਆ ਵਾਲਿਆਂ ਨੂੰ ਆਂਧਰਾ ਤੇ ਆਹ ਕਰਨਾਟਕਾ ਵਾਲਿਆਂ ਦੀ ਬੋਲੀ ਈਵਨ ਕਿ ਪੰਜਾਬੀ ਤੇ ਹਿੰਦੀ ਦਾ ਵੀ ਇਹਨਾਂ ਨੇ ਕਾਲਾ ਮਾਲਾ ਜਿਹਾ ਕਰ ਦਿੱਤਾ ਕਿਤੇ ਨਾ ਕਿਤੇ, ਪਰ ਪੰਜਾਬੀ ਕਲਚਰ, ਪੰਜਾਬੀ ਆਪਣੇ ਆਪ ਦੇ ਵਿੱਚ ਇੱਕ ਪੰਜਾਬ ਸਾਰਾ ਕੁਝ ਵੱਖਰਾ ਹੀ ਸੀਗਾ। ਹਾਂਜੀ, ਵੱਖਰਾ ਸਿਸਟਮ ਹੈਗਾ ਜਿਸ ਤਰ੍ਹਾਂ। ਸੋ ਇਹ ਵਨ ਨੇਸ਼ਨ ਵਾਲੀ ਥਿਊਰੀ ਬਿਲਕੁਲ ਗਲਤ ਹੈਗੀ ਆ। ਇਹ ਡਾਈਵਰਸ ਹੈਗਾ। ਫੈਡਰਲ ਢਾਂਚੇ ਦੀ ਜਿਹੜੀ ਹੈਗੀ ਆ ਭਾਰਤੀ ਸੰਵਿਧਾਨ ਵਿੱਚ ਵੀ ਔਰ ਉਹਦੀ ਪੋਲਾਈਟੀ ਵਿੱਚ ਵੀ, ਹਨਾ, ਫੈਡਰਲ ਢਾਂਚੇ ਦੀ ਮਜ਼ਬੂਤੀ ਰੱਖੀ ਗਈ ਹੈ। ਇਸੇ ਕਰਕੇ ਰੱਖੀ ਗਈ ਹੈ ਵੀ ਇੱਕ ਜਿਓਗ੍ਰਾਫੀਕਲ ਥਾਂ ਤੇ ਬਹੁਤ ਸਾਰੇ ਮੁਲਕ ਜਾਂ ਕੌਮਾਂ ਇਕੱਠੀਆਂ ਰਹਿ ਰਹੀਆਂ ਨੇ। ਸੋ ਉਹਨਾਂ ਕੌਮਾਂ ਦਾ ਸੱਭਿਆਚਾਰ, ਉਹਨਾਂ ਦੇ ਐਥੋਸ, ਉਹਨਾਂ ਦੀਆਂ ਜਿਹੜੀਆਂ ਕਲਚਰਲ ਵੈਲਿਊਜ਼ ਨੇ, ਉਹਨਾਂ ਦੀਆਂ ਧਾਰਮਿਕ ਵੈਲਿਊਜ਼ ਜਾਂ ਉਹਨਾਂ ਦੀਆਂ ਰਾਜਨੀਤਿਕ ਇੱਛਾਵਾਂ ਵੀ, ਹਨਾ, ਉਹਨਾਂ ਨੂੰ ਮਜ਼ਬੂਤ ਕਰਨਾ ਇੱਕ ਫੈਡਰਲ ਢਾਂਚੇ ਦੀ ਇੱਕ ਜ਼ਰੂਰਤ ਵੀ ਹੈ ਔਰ ਮਜਬੂਰੀ ਵੀ ਹੈ, ਨਾ। ਜੇ ਤੁਸੀਂ ਉਹਨੂੰ ਯੂਨੀਫਾਰਮ ਸਿਵਲ ਕੋਡ ਵਿੱਚ ਲੈ ਆਉਂਦੇ ਹੋ, ਤੁਸੀਂ ਉਹ ਡਾਇਵਰਸਿਟੀ ਔਰ ਉਹ ਵਿਭਿੰਨਤਾ, ਉਹ ਕਲਚਰਲ ਆਸਪੈਕਟਸ ਆ ਜਿਹੜੇ ਉਹ ਕੌਮਾਂ ਦੇ ਮਰਨਗੇ। ਜਿਸ ਤਰ੍ਹਾਂ ਆਇਆ ਨਾ ਵੀ ਹੁਣ ਜੇ ਤੁਸੀਂ ਕਹਿੰਦੇ ਵੀ ਇੱਕ ਗੱਲ ਆਈ ਸੀ ਵੀ ਜਿਹੜਾ ਹਿੰਦੂ ਰਾਸ਼ਟਰ ਕਹਿੰਦਾ ਉਹਦੇ ਖਿਲਾਫ ਕੇਸ ਕਿਉਂ ਨਹੀਂ ਹੁੰਦਾ, ਤੇ ਉਹ ਇਹ ਆਉਂਦਾ ਸੀ ਵੀ ਜਿਹੜਾ ਹਿੰਦੂ ਰਾਸ਼ਟਰ ਆ ਉਹ ਦੇਸ਼ ਨੂੰ ਜਿਓਗ੍ਰਾਫਿਕਲੀ ਤੋੜਦਾ ਨਹੀਂ ਹੈ, ਹਨਾ। ਹੁਣ ਇੱਕ ਹੁੰਦਾ ਵੀ ਦੇਸ਼ ਨੂੰ ਜਿਓਗ੍ਰਾਫਿਕਲੀ ਤੋੜਨਾ, ਇੱਕ ਹੁੰਦਾ ਜਿਹੜੀਆਂ ਘੱਟ ਗਿਣਤੀ ਕੌਮਾਂ ਤੁਸੀਂ ਉਹਨਾਂ ਦਾ ਸਾਰਾ ਕੁਝ ਤਬਾਹ ਕਰ ਦੇਣਾ, ਉਹ ਵੀ ਤਾਂ ਜਿਓਗ੍ਰਾਫਿਕਲੀ ਤੋੜਨ ਵਾਲੀ ਸਿਚੁਏਸ਼ਨ। ਮਤਲਬ ਇਹਦੇ 'ਚ ਵੀ ਦੋ ਗੱਲਾਂ ਆ ਜਾਂਦੀਆਂ ਨੇ ਵੀ ਜਿੱਦਾਂ ਕਹਿੰਦੇ ਵੀ ਤੁਹਾਡਾ ਧਰਮ ਤਬਦੀਲੀ ਅਸੀਂ ਨਹੀਂ ਕਰਦੇ ਹੈਗੇ, ਪਰ ਤੁਸੀਂ ਤੇ ਪੂਰੀ ਆਪਾਂ ਕਿ ਸਾਰੀ ਕੌਮ ਦੀ ਹੀ ਆਪਣੇ ਅੰਦਰ ਜਜ਼ਬ ਕਰਨ ਫਿਰਦੇ ਹੋ, ਤੇ ਫਿਰ ਉਹ ਵੀ ਤਾਂ ਇੱਕ ਤਰ੍ਹਾਂ ਦੀ ਧਰਮ ਤਬਦੀਲੀ ਹੈ ਨਾ, ਉਹ ਵੀ ਤਾਂ ਦੇਸ਼ ਧਰੋਹ ਹੈ ਨਾ। ਜੀ ਬਿਲਕੁਲ। ਹੁਣ ਇਹ ਆ ਵੀ ਤੁਹਾਨੂੰ ਉਹ ਚੰਗਾ ਲੱਗਦਾ, ਤੁਸੀਂ ਉਹਨੂੰ ਡਿਫਾਈਨ ਦੇਸ਼ ਧਰੋਹ ਦੇ ਤੌਰ ਤੇ ਨਹੀਂ ਕਰਦੇ ਕਿਉਂਕਿ ਤੁਹਾਡੇ ਹੱਕ ਵਿੱਚ ਜਾਂਦਾ ਹੈ, ਪਰ ਸਾਡਾ ਜਿਨ੍ਹਾਂ ਦਾ ਡਾਈਵਰਸ ਘੱਟ ਗਿਣਤੀਆਂ ਦਾ ਟੁੱਟਣਾ, ਸਾਰਾ ਕੁਝ ਤਬਾਹ ਹੋਣਾ, ਜਿਹੜਾ ਸਾਡਾ ਜ਼ਿੰਦਗੀ ਆ ਸਾਡੀ, ਜਿਹਦੇ ਲਈ ਸਾਡੇ ਲੋਕਾਂ ਨੇ ਸਿਰ ਦਿੱਤੇ ਆ, ਫਾਂਸੀਆਂ ਤੇ ਚੜੇ ਆ, ਬੰਦ ਕਟਵਾਏ ਆ, ਜਦੋਂ ਸਾਡਾ ਉਹ ਸਾਰਾ ਮੁੱਲਿਆ ਵੇਟ ਹੋਣਾ, ਸਾਡੇ ਲਈ ਤਾਂ ਸਾਡਾ ਦੇਸ਼ ਹੀ ਟੁੱਟ ਗਿਆ ਨਾ, ਹਨਾ। ਜਿਹੜਾ ਉਹ ਦਰਦ ਆ ਸਾਡੇ ਲਈ ਆਪਣੀ ਕੌਮ ਦੇ ਖਤਮ ਹੋਣ ਦਾ, ਆਪਣੇ ਧਰਮ ਨੂੰ ਜਿਹੜੇ ਐਥੋਸ ਦੇ ਖਤਮ ਹੋਣ ਦਾ, ਸਾਡੇ ਲਈ ਉਹ ਕਿਸੇ ਦੇਸ਼ ਨਾਲੋਂ ਵੀ ਵੱਧ ਪਵਿੱਤਰ ਹੈ, ਹਨਾ। ਸਾਡੀ ਜਿਹੜੀ ਫਸਟ ਜਿਹੜੀ ਉਹ ਹੈਗੀ ਆ ਕਮਿਟਮੈਂਟ ਆ, ਉਹ ਆਪਣੇ ਧਰਮ ਨਾਲ, ਆਪਣੀ ਕੌਮ ਨਾਲ, ਆਪਣੇ ਜਜ਼ਬਿਆਂ ਨਾਲ, ਆਪਣੇ ਇਤਿਹਾਸ ਨਾਲ ਹੈ। ਜਦੋਂ ਸਾਡਾ ਸਾਰਾ ਕੁਝ ਉਹੀ ਤਬਾਹ ਹੋ ਗਿਆ, ਅਸੀਂ ਤਾਂ ਤੁਰਦੀਆਂ ਫਿਰਦੀਆਂ ਲਾਸ਼ਾਂ ਹੋਵਾਂਗੇ। ਸੋ ਲਾਸ਼ਾਂ ਦਾ ਤੁਰਨਾ ਤੇ ਉਹਨਾਂ ਤੇ ਰਾਜ ਕਰਨਾ, ਇਹ ਸਾਨੂੰ ਲੱਗਦਾ ਵੀ ਉਹ ਡਾਇਵਰਸਿਟੀ ਨੂੰ ਕਾਇਮ ਰਹਿਣਾ ਚਾਹੀਦਾ। ਜਿਸ ਤਰ੍ਹਾਂ ਫੈਡਰਲ ਢਾਂਚਾ ਚੱਲ ਰਿਹਾ ਹੈ ਉਹਦੇ ਵਿੱਚ ਠੀਕ ਹੈ, ਲੋਕ ਸਭਾ ਦੀਆਂ ਚੋਣਾਂ ਇੱਕ ਵੱਖਰੇ ਢੰਗ ਨਾਲ ਹੋਣ, ਉਹ ਇੱਕ ਸੈੱਟ ਪੈਟਰਨ ਵਿੱਚ ਹੋਣ, ਪਰ ਜਿਹੜੀਆਂ ਡਾਇਵਰਸੀਫਿਕੇਸ਼ਨ ਦੀ ਸਿਚੁਏਸ਼ਨ ਆ ਉਹ ਖਤਮ ਨਹੀਂ ਹੋਣੀ ਚਾਹੀਦੀ। ਉਹ ਇਸ ਖੂਬਸੂਰਤੀ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ। ਇੰਡੀਅਨ ਸੰਵਿਧਾਨ ਆ ਉਹਦੇ ਢਾਂਚੇ ਦੇ ਵਿੱਚ ਰਹਿੰਦੇ ਅਸੀਂ ਹਾਲ ਦੀ ਘੜੀ। ਜੀ ਬਿਲਕੁਲ ਜੀ, ਦੇਖਦੇ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਕਦਮ ਜਿਸ ਵੱਲ ਨੂੰ ਜਾ ਰਹੇ ਨੇ, ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਤੇ ਆਪਾਂ ਕਹਿ ਸਕਦੇ ਹਾਂ ਕਿ ਹੈਗਾ ਹੀ ਹੈ। ਤੇ ਹੁਣ ਆਪਾਂ ਗੱਲਬਾਤ ਕਰ ਲੈਂਦੇ ਹਾਂ ਟਵਿੱਟਰ ਦੇ ਜਿਹੜੇ ਕੋ-ਫਾਊਂਡਰ ਤੇ ਨਾ ਉਸ ਦੇ ਨਾਲ CEO ਵੀ ਜਿਹੜੇ ਰਹਿ ਚੁੱਕੇ ਨੇ, ਜੈਕ ਡੋਰਸੀ। ਉਹਨਾਂ ਨੇ ਪਿਛਲੇ ਦਿਨ ਹੀ ਕਿਹਾ ਹੈਗਾ ਕਿ ਕਿਸਾਨ ਅੰਦੋਲਨ ਦੇ ਟਾਈਮ ਤੇ ਜਦੋਂ ਮੋਰਚਾ ਲੱਗਿਆ ਹੋਇਆ ਸੀ ਉਦੋਂ ਭਾਰਤ ਸਰਕਾਰ ਨੇ ਜਿਹੜਾ ਹੈ ਟਵਿੱਟਰ ਨੂੰ ਬੰਦ ਕਰਨ ਦੀ ਧਮਕੀ ਵੀ ਦਿੱਤੀ ਸੀ।
ਸਰਦਾਰ ਅਵਤਾਰ ਸਿੰਘ ਜੀ, ਖਬਰ ਇੰਨੀ ਵੱਡੀ ਹੈ ਪਰ ਮੇਰੇ ਖਿਆਲ ਨਾਲ ਇੱਥੇ ਕੋਈ ਇੰਨੀ ਚਰਚਾ ਨਹੀਂ ਹੋਈ ਹੋਣੀ। ਕੀ ਹੁਣ ਦੇਸ਼ ਦੀ ਬਾਹਰਲੇ ਮੁਲਕਾਂ 'ਚ ਕੋਈ ਬੇਇੱਜ਼ਤੀ ਨਹੀਂ ਹੁੰਦੀ? ਜਿਹੜੇ ਲੋਕੀ ਜੇ ਛੋਟੀ ਗੱਲ ਦੇ ਉੱਤੇ ਜਿਨ੍ਹਾਂ ਨੂੰ ਬਹੁਤ ਸਾਰੀ ਚਿੰਤਾ ਹੋਣ ਲੱਗ ਪੈਂਦੀ ਹੈ, ਉਹ ਸਾਰੇ ਇਸ 'ਤੇ ਚੁੱਪ ਨੇ। ਹਾਂਜੀ ਹਾਂਜੀ, ਇਹ ਤੁਹਾਡਾ ਕਾਫੀ ਅਹਿਮ ਸਵਾਲ ਹੈ, ਕਿਉਂਕਿ ਕੋਈ ਸਿੱਖਾਂ ਵੱਲੋਂ ਕੋਈ ਛੋਟੀ ਮੋਟੀ ਘਟਨਾ ਵਿਦੇਸ਼ ਵਿੱਚ ਹੋ ਜਾਵੇ ਤਾਂ ਉਹਨੂੰ ਇੰਨਾ ਵੱਡੇ ਢੰਗ ਨਾਲ ਪ੍ਰਚਾਰ ਕੀਤਾ ਜਾਂਦਾ, 4-5 ਦਿਨ ਚੰਗੀ ਬੇਇੱਜ਼ਤੀ ਕੀਤੀ ਜਾਂਦੀ ਹੈ। ਔਰ ਭਾਈ ਅਵਤਾਰ ਸਿੰਘ ਖੰਡਾ ਦੇ ਮਾਮਲੇ 'ਚ ਦੇਖ ਲਓ ਵੀ ਜਿਸ ਕਿਸਮ ਦਾ ਜ਼ਹਿਰ ਉਗਲਿਆ ਗਿਆ ਨਾ, ਹੁਣ ਇੱਕ ਇੰਨੀਆਂ ਡੈਮੋਕ੍ਰੈਟਿਕ ਵੈਲਿਊਜ਼ ਨੂੰ ਅੰਡਰਮਾਈਨ ਕੀਤਾ ਗਿਆ। ਔਰ ਉਹਨੇ ਜੈਕ ਡੋਰਸੀ ਨੇ ਕਿਹਾ ਹੈਗਾ, ਕਹਿੰਦਾ ਮੈਨੂੰ ਲੱਗਿਆ ਵੀ ਅਸੀਂ ਇਹ ਭਾਰਤ ਕਹਿ ਰਿਹਾ ਸਾਨੂੰ, ਜਿਹੜਾ ਆਪਣੇ ਆਪ ਨੂੰ ਡੈਮੋਕ੍ਰੇਸੀ ਦੀ ਮਾਂ ਕਹਿੰਦਾ, ਉਹ ਕਹਿ ਰਿਹਾ ਵੀ ਸਾਡੇ ਦਫ਼ਤਰ ਬੰਦ ਕਰ ਦਿੱਤੇ ਜਾਣਗੇ, ਤੁਹਾਡੇ EMPLOYEES ਦੇ ਘਰਾਂ ਤੇ ਰੇਡ ਹੋਊਗੀ, ਅਸੀਂ ਗ੍ਰਿਫਤਾਰ ਵੀ ਕਰ ਸਕਦੇ ਹਾਂ। ਔਰ BBC ਨਾਲ ਹੋਇਆ ਵੀ ਹੈ, ਇਹ ਇਸ ਤਰ੍ਹਾਂ ਹੋਇਆ। ਤਾਂ ਉਸ ਤੋਂ ਬਾਅਦ ਆਪਾਂ ਦੇਖ ਸਕਦੇ ਵੀ ਜੈਕ ਡੋਰਸੀ ਦੇ ਉਹ ਜਿਹੜੇ ਕਾਰਜ ਨੇ ਉਹਨੇ ਕਿਹਾ, ਉਹ ਜਦੋਂ BBC ਦੀ ਡਾਕੂਮੈਂਟਰੀ ਆਈ ਹੈ ਤਾਂ BBC ਦੇ ਦਫ਼ਤਰਾਂ ਤੇ ਇਨਕਮ ਟੈਕਸ ਦੀਆਂ ਰੇਡਾਂ ਜਾਂ ਉਹਨਾਂ ਦੀ ਪੁੱਛ ਪੜਤਾਲ ਜਾਂ ਜੋ ਵੀ ਹੈ, ਉਹ ਸਾਰਾ ਡਰਾਉਣ ਦਾ ਜਿਹੜਾ ਕਾਰਜ ਆ ਉਹ ਕਰਿਆ ਗਿਆ। ਇਟ ਮੀਨਸ ਕਿਸਾਨ ਮੋਰਚੇ ਤੋਂ ਸਰਕਾਰ ਇੰਨੀ ਡਰੀ ਹੋਈ ਸੀ। ਤੇ ਦੂਜਾ ਵੀ ਆਪਾਂ ਦੇਖ ਰਹੇ ਵੀ ਵਨ ਸਾਈਡਡ ਨੈਰੇਟਿਵ ਚਲਾ ਰਹੀ ਹੈ ਇੰਡੀਆ ਗਵਰਨਮੈਂਟ, ਜਿਹੜਾ ਤਾਂ ਉਹਨਾਂ ਦੇ ਹੱਕ ਵਿੱਚ ਚੱਲ ਰਹੇ ਨੇ, ਉਹਨਾਂ ਦੇ ਅਕਾਊਂਟਸ ਨੂੰ ਚੱਲਦਾ ਰੱਖਿਆ ਜਾ ਰਿਹਾ ਹੈ। ਜੇ ਉਹਨਾਂ ਨੂੰ ਕੋਈ ਕਾਊਂਟਰ ਕਰਦਾ ਸਿਧਾਂਤਕ ਤੌਰ ਤੇ ਵੀ ਤਾਂ ਕਹਿ ਦਿੱਤਾ ਜਾਂਦਾ ਵੀ ਬੰਦ ਕਰ ਦਿਓ, ਇਹ ਦੇਸ਼ ਵਿਰੋਧੀ ਨੇ, ਹਨਾ। ਸੋ ਵਨ ਸਾਈਡਡ ਨੈਰੇਟਿਵ ਚਲਾਉਣ ਦੀ ਜਿਹੜੀ ਹੈਗੀ ਆ ਉਹਨਾਂ ਦੀ ਜਿੱਦ ਹੈ, ਉਸ ਜਿੱਦ ਚੋਂ ਹੀ ਉਹ ਟਵਿੱਟਰ ਅਕਾਊਂਟਸ ਆ ਜਿਹੜੇ ਬੰਦ ਕਰਵਾਏ, ਈਵਨ ਪੱਤਰਕਾਰਾਂ ਦੇ ਬੰਦ ਕਰਵਾਏ ਜਾਂ ਹੋਰ ਬਹੁਤ ਸਾਰੇ ਜਿਹੜੇ ਸਮਾਜਿਕ ਕਾਰਕੁਨ ਹੈ। ਹੁਣ ਕਿਸੇ ਸਰਕਾਰ ਦੀ ਨੁਕਤਾਚੀਨੀ ਕਰਨੀ ਉਹ ਦੇਸ਼ ਦੀ ਨੁਕਤਾਚੀਨੀ ਨਹੀਂ ਹੁੰਦੀ। ਸੋ ਇਹ ਡੈਫੀਨੇਸ਼ਨ ਦੀਆਂ ਲਾਈਨਸ ਇਹ ਹੋਣੀਆਂ ਚਾਹੀਦੀਆਂ। ਹੁਣ ਤੁਸੀਂ ਆਪਣੇ ਪ੍ਰਧਾਨ ਮੰਤਰੀ ਦੇ ਖਿਲਾਫ ਕੋਈ ਨੁਕਤਾ, ਮਨਮੋਹਨ ਸਿੰਘ ਦੇ ਖਿਲਾਫ ਕਿੰਨਾ ਕੁਝ ਬੋਲਿਆ ਗਿਆ, ਈਵਨ ਲਾਲ ਕ੍ਰਿਸ਼ਨ ਅਡਵਾਨੀ ਤੇ ਨਰਿੰਦਰ ਮੋਦੀ ਦੀਆਂ ਪੁਰਾਣੀਆਂ ਸਪੀਚਸ ਨੇ। ਇਟ ਮੀਨਸ ਉਹ ਵੀ ਦੇਸ਼ ਧਰੋਹੀ ਸੀ ਫਿਰ, ਹਨਾ। ਜੇ ਦੇਸ਼ ਧਰੋਹ ਦੇ ਪੈਮਾਨੇ ਇਹ ਨੇ, ਫਿਰ ਨਰਿੰਦਰ ਮੋਦੀ ਔਰ ਲਾਲ ਕ੍ਰਿਸ਼ਨ ਅਡਵਾਨੀ ਤੇ ਭਾਜਪਾ ਦੀ ਲੀਡਰਸ਼ਿਪ ਨੇ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਜੋ ਕੁਝ ਬੋਲਿਆ, ਹਨਾ, ਉਹ ਵੀ ਸੈਡੀਸ਼ਨ ਲਾਅ ਵਿੱਚ ਆਉਣਾ ਚਾਹੀਦਾ। ਉਹਨਾਂ ਦੀ ਗ੍ਰਿਫਤਾਰੀ ਜਾਂ ਉਹਨਾਂ ਦੇ ਟਵਿੱਟਰ ਅਕਾਊਂਟ ਬੰਦ ਹੋਣੇ ਚਾਹੀਦੇ ਸੀ ਉਸ ਵੇਲੇ, ਪਰ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਨੇ ਨਹੀਂ ਕਰਿਆ। ਉਹਨਾਂ ਨੇ ਡਾਇਵਰਸਿਟੀ ਨੂੰ ਕਾਇਮ ਰੱਖਿਆ ਹੈ। ਸੋ ਸਾਨੂੰ ਲੱਗਦਾ ਵੀ ਮੀਡੀਆ ਦੀ ਆਜ਼ਾਦੀ ਆ ਜਿਹੜੀ, ਉਹਦੇ ਤੇ ਇਸ ਤਰ੍ਹਾਂ ਕਾਬੂ ਨਹੀਂ ਪਾਉਣਾ ਚਾਹੀਦਾ। ਮੁਲਕਾਂ ਦੀਆਂ ਸਰਕਾਰਾਂ ਜਿਹੜੀਆਂ, ਉਹਨਾਂ ਦੀ ਜਿਹੜੀ ਇੱਕ ਪ੍ਰਫੁੱਲਤਾ ਹੈ, ਉਹ ਮੀਡੀਆ ਰਾਹੀਂ ਲੋਕਾਂ ਦੇ ਆਪਣੇ ਵਿਚਾਰ ਪ੍ਰਗਟਾਓ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ। ਜੇ ਲੋਕ ਘੁਟਨ ਮਹਿਸੂਸ ਕਰਦੇ ਆ ਕਿਸੇ ਸਿਸਟਮ 'ਚ, ਉਹਨਾਂ ਨੂੰ ਉਸ ਘੁਟਨ ਤੋਂ ਰਾਹਤ ਮਿਲਣੀ ਚਾਹੀਦੀ ਹੈ, ਨਾ ਕਿ ਉਹਨਾਂ ਦਾ ਗਲਾ ਦਬਾ ਕੇ ਉਹਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਤੋਂ ਹੀ ਰੋਕਿਆ ਜਾਣਾ ਚਾਹੀਦਾ। ਜੀ ਬਿਲਕੁਲ ਜੀ, ਪਰ ਇਸ ਦੇ ਉਲਟ ਹੋ ਰਿਹਾ। ਜਿਸ ਤਰੀਕੇ ਦੇ ਨਾਲ YouTube ਚੈਨਲ ਬੈਨ ਕੀਤੇ ਜਾ ਰਹੇ ਨੇ, Facebook ਪੇਜ ਬੰਦ ਕੀਤੇ ਜਾ ਰਹੇ ਨੇ, ਟਵਿੱਟਰ ਦੇ ਉੱਤੇ ਜੋ ਕੁਝ ਹੋ ਰਿਹਾ ਹੈ, ਇਹ ਸਾਰਾ ਕੁਝ ਸਾਡੇ ਸਾਹਮਣੇ, ਔਰ ਇਹ ਕਿੱਧਰ ਨੂੰ ਗੱਲ ਜਿਹੜੀ ਜਾ ਰਹੀ ਹੈਗੀ ਹੈ, ਇਹ ਸਾਰਿਆਂ ਨੂੰ ਇਹਦੇ ਬਾਰੇ ਜਿਹੜਾ ਹੈ ਕਿਤੇ ਨਾ ਕਿਤੇ ਸੋਚਣ ਦੀ, ਸਮਝਣ ਦੀ ਤੇ ਜਿਹੜਾ ਫੈਸਲੇ ਲੈਣ ਦੀ ਜਿਹੜੀ ਜ਼ਰੂਰਤ ਜਿਹੜੀ ਹੈ, ਇਸ ਨੂੰ ਮਹਿਸੂਸ ਕਰਨੀ ਚਾਹੀਦੀ ਹੈ। ਰਾਜਪਾਲ ਅਤੇ ਪੰਜਾਬ ਸਰਕਾਰ ਦੇ ਵਿੱਚ ਦੁਬਾਰਾ ਇੱਕ ਵਾਰੀ ਖੜਕੀ ਹੈਗੀ ਹੈ। ਕਿਹਾ ਜਾ ਰਿਹਾ ਕਿ 2 ਦਿਨ ਦਾ ਜਿਹੜਾ ਖਾਸ ਜਿਹੜਾ ਇਜਲਾਸ ਹੈ ਪੰਜਾਬ ਸਰਕਾਰ ਨੇ ਬੁਲਾਇਆ ਸੀ, ਤੇ ਉਸ ਨੂੰ ਲੈ ਕੇ ਜਿਹੜਾ ਹੈ ਰਾਜਪਾਲ ਦੇ ਵੱਲੋਂ ਜਿਹੜਾ ਹੈ ਪਰਮਿਸ਼ਨ ਵਗੈਰਾ ਦਾ ਜਿਹੜਾ ਰੌਲਾ ਰੱਪਾ ਦੁਬਾਰਾ ਜਿਹੜਾ ਚੱਲ ਰਿਹਾ, ਕੀ ਕਹੋਗੇ ਇਸ ਤੇ? ਹਾਂਜੀ, ਸੋ ਰਾਜਪਾਲ ਦਾ ਪਿਛਲੇ ਦਿਨੀ ਬਿਆਨ ਆਇਆ ਹੈ ਬਨਵਾਰੀ ਲਾਲ ਪੁਰੋਹਿਤ ਦਾ, ਵੀ 2 ਦਿਨਾਂ ਦਾ ਇੱਕ ਵਿਸ਼ੇਸ਼ ਇਜਲਾਸ ਪੰਜਾਬ ਸਰਕਾਰ ਬੁਲਾਉਣ ਜਾ ਰਹੀ ਹੈ, ਪਰ ਉਹਦੇ ਰਸਮੀ ਉਦਘਾਟਨ ਲਈ ਜਾਂ ਉਹਦੇ ਸੰਬੰਧੀ ਉਹ ਕਾਹਦੇ ਲਈ ਬੁਲਾਇਆ ਜਾ ਰਿਹਾ ਹੈ, ਉਹਦੇ ਵਿੱਚ ਕਿਹੜਾ ਏਜੰਡਾ ਵਿਚਾਰਿਆ ਜਾਣਾ, ਉਹਦੇ ਵਿੱਚ ਸਰਕਾਰ ਦੀਆਂ ਤਰਜੀਹਾਂ ਕੀ ਨੇ, ਵਿਰੋਧੀ ਧਿਰਾਂ ਨੂੰ ਕਿਸ ਸਵਾਲ ਤੇ ਜਿਸ ਤਰ੍ਹਾਂ ਬੋਲਣ ਦਾ ਮੌਕਾ ਦਿੱਤਾ ਜਾਏਗਾ। ਸੋ ਸਾਰਾ ਇੱਕ ਪ੍ਰੋਟੋਕੋਲ ਹੈ ਜਿਹੜਾ ਮੁੱਖ ਮੰਤਰੀ ਆਫਿਸ ਵੱਲੋਂ ਜਾਂ ਸੈਕਟਰੀਏਟ ਵੱਲੋਂ ਰਾਜਪਾਲ ਨੂੰ ਭੇਜਿਆ ਜਾਂਦਾ ਹੈ, ਪਰ ਹਾਲੇ ਤੱਕ ਵੀ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਰਾਜਪਾਲ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਗਈ। ਆਇਆ ਉਹਨਾਂ ਨੂੰ ਭਾਸ਼ਣ ਦੇਣ ਲਈ ਬੁਲਾਇਆ ਵੀ ਜਾਵੇਗਾ ਜਾਂ ਨਹੀਂ, ਇਹ ਵੀ ਜਿਹੜਾ ਹਾਲਾ ਸਵਾਲਾਂ ਦੇ ਘੇਰੇ ਵਿੱਚ ਹੈ ਨਾ। ਸੋ ਰਾਜਪਾਲ ਨੇ ਇਹ ਆਖਿਆ ਹੈਗਾ ਵੀ ਜਦੋਂ ਤੁਹਾਡਾ ਉਹ ਪੁਰਾਣਾ ਸੈਸ਼ਨ ਖਤਮ ਹੋ ਗਿਆ, ਬਜਟ ਸੈਸ਼ਨ, ਹੁਣ ਮੌਨਸੂਨ ਸੈਸ਼ਨ ਨਵੇਂ ਤੌਰ ਤੇ ਬੁਲਾਇਆ ਜਾ ਸਕਦਾ। ਪਰ ਸਰਕਾਰ ਦੂਜੇ ਪਾਸੇ ਇਹ ਕਹਿ ਰਹੀ ਹੈ ਵੀ ਅਸੀਂ ਬਜਟ ਸੈਸ਼ਨ ਨੂੰ ਹਲੇ ਆਫੀਸ਼ੀਅਲੀ ਬੰਦ ਨਹੀਂ ਕਰਿਆ, ਹਨਾ। ਸੋ ਬਜਟ ਸੈਸ਼ਨ ਹਲੇ ਆਫੀਸ਼ੀਅਲ ਔਨ ਹੈ। ਸੋ ਅਸੀਂ ਉਸ ਔਨ ਸੈਸ਼ਨ ਦੀਆਂ 2 ਦਿਨਾਂ ਦਾ ਜਿਹੜੀਆਂ ਮੀਟਿੰਗਾਂ ਬੁਲਾ ਰਹੇ ਹਾਂ, ਉਹਦੇ ਵਿੱਚ ਕੁਝ ਏਜੰਡੇ ਨੇ, ਹਾਲੇ ਏਜੰਡੇ ਵੀ ਤੈਅ ਨਹੀਂ ਹੋਏ। ਪਰ ਸਾਨੂੰ ਖਬਰਾਂ ਮੀਡੀਆ ਅਨੁਸਾਰ ਇਹ ਪਤਾ ਲੱਗਿਆ ਹੈਗਾ ਵੀ ਇੱਕ ਤਾਂ ਉਹ ਭਾਰਤ ਸਰਕਾਰ ਦੇ ਖਿਲਾਫ ਮਤਾ ਪਾ ਰਹੇ ਆ। ਭਾਰਤ ਸਰਕਾਰ ਨੇ ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਜਿਹੜੀ ਦਿੱਲੀ ਵਾਲੀ ਸਰਕਾਰ ਹੈ ਜੀ, ਉਹਦੀਆਂ ਜਿਹੜੀਆਂ ਪਾਬੰਦੀਆਂ ਲਾ ਦਿੱਤੀਆਂ ਨੇ ਵੀ ਉਹ ਕੋਈ ਫੈਸਲੇ ਨਹੀਂ ਲੈ ਸਕਦੇ ਅਫਸਰਾਂ ਦੀ ਨਿਯੁਕਤੀ ਤੇ, ਅਫਸਰਾਂ ਦੀਆਂ ਬਦਲੀਆਂ ਤੇ, ਜਾਂ ਅਫਸਰਾਂ ਨੇ ਜਿਹੜੇ ਰਿਪੋਰਟ ਕਰਨੀਆਂ ਉਹ ਮੁੱਖ ਮੰਤਰੀ ਨੂੰ ਕਰਨੀਆਂ ਜਾਂ ਰਾਜਪਾਲ ਨੂੰ। ਸੋ ਭਾਰਤ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕਰਕੇ ਇਹ ਕਹਿ ਦਿੱਤਾ ਹੋਇਆ ਵੀ ਉਹ ਰਾਜਪਾਲ ਹੀ ਜਿਹੜਾ ਹੈਗਾ ਉਹ ਹੈਡ ਆਫ ਦੀ ਸਟੇਟ ਹੈਗੀ ਆ ਨਾ। ਸੋ ਹੁਣ ਉਹਦੇ ਖਿਲਾਫ
ਪੰਜਾਬ ਦੀ ਵਿਧਾਨ ਸਭਾ ਵਿੱਚ ਮਤਾ ਪਾਇਆ ਜਾ ਰਿਹਾ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨਾਲ ਧੱਕਾ ਹੋ ਰਿਹਾ। ਸੋ ਭਾਰਤ ਸਰਕਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਖਿਲਾਫ ਧੱਕਾ ਨਾ ਕਰੇ, ਉਹਦੀਆਂ ਜਿਹੜੀਆਂ ਪਾਵਰਾਂ ਜਾਂ ਤਾਕਤਾਂ ਨੇ ਉਹਨਾਂ ਨੂੰ ਦੁਬਾਰਾ ਤੋਂ ਬਹਾਲ ਕਰਿਆ ਜਾਵੇ। ਸੋ ਇਸ ਲਈ ਪੰਜਾਬ ਦਾ ਇਜਲਾਸ ਬੁਲਾਇਆ ਜਾ ਰਿਹਾ, ਹਾਲਾਂਕਿ ਉਹਦਾ ਕੋਈ ਫਰਕ ਪੈਣ ਵਾਲਾ ਨਹੀਂ ਹੈ। ਜਸਟ ਅਰਵਿੰਦ ਕੇਜਰੀਵਾਲ ਨੂੰ ਇਹ ਦਿਖਾਉਣ ਲਈ ਵੀ ਅਸੀਂ ਤੇਰੀ ਹਮਾਇਤ ਵਿੱਚ ਸ਼ਾਮਲ ਹਾਂ, ਔਰ ਸਾਨੂੰ ਪਤਾ ਲੱਗਿਆ ਉਹ ਵੀ ਆ ਰਹੇ ਅਰਵਿੰਦ ਕੇਜਰੀਵਾਲ ਵੀ ਵਿਧਾਨ ਸਭਾ ਦੀ ਕਾਰਵਾਈ ਦੇਖਣ ਲਈ ਇੱਥੇ ਆ ਰਹੇ ਆ ਉਹ। ਪਰ ਉਹ ਇੱਥੇ ਆ ਕੇ ਕਿਸ ਤਰ੍ਹਾਂ ਮਤਲਬ ਜਸਟ ਐਜ਼ ਅ ਸਪੈਕਟੇਟਰ, ਜਿਹੜੀ ਸਪੈਕਟੇਟਰ ਗੈਲਰੀ ਵਿੱਚ ਜਾਂ ਕਿਸੇ ਵੀ ਤਰ੍ਹਾਂ ਉਹ ਦੇਖਣਗੇ ਨਾ, ਉਹਦੇ ਚ ਉਹਦਾ ਮਾਨਸਿਕ ਦਬਾਅ ਹੀ ਹੈ ਨਾ ਵੀ ਐਮਐਲਏਆਂ ਤੇ ਮਾਨਸਿਕ ਦਬਾਅ ਵੀ ਮੇਰੇ ਹੱਕ 'ਚ ਜਿਹੜਾ ਤੁਸੀਂ ਮਤਾ ਪਾਓ ਨਾ। ਸੋ ਇਸ ਮਤੇ ਤੇ ਇਹ ਹੈਗਾ, ਪਰ ਇਹ ਵੀ ਕਿਤੇ ਨਾ ਕਿਤੇ ਫਿਰ ਗੈਰ ਸੰਵਿਧਾਨਕ ਨਹੀਂ ਹੈਗਾ, ਕਿਉਂਕਿ ਵੀ ਉਹ ਦੂਜੇ ਸਟੇਟ ਦੇ ਮੁੱਖ ਮੰਤਰੀ ਹੈਗੇ ਆ ਤੇ ਫਿਰ ਉਹ ਇੱਥੇ ਜਿਹੜੀ ਆਪਣੀ ਜੇ ਚਲਾਉਂਦੇ ਹੈਗੇ। ਹਾਂਜੀ ਹਾਂਜੀ, ਉਹ ਤਾਂ ਇੱਕ ਵੱਖਰਾ ਇੱਕ ਵਿਸ਼ਾ ਹੈਗਾ ਵੀ ਉਹ ਆਪ ਦਾ, ਉਹ ਕਾਂਗਰਸ ਨੇ ਵੀ ਚਲਾਇਆ ਤੇ ਭਾਜਪਾ ਵੀ ਇਸ ਤਰ੍ਹਾਂ ਹੀ ਕਰਦੀ ਹੈ ਆਪਣੀਆਂ ਸਟੇਟਸ ਨੂੰ ਜਿਹੜੇ ਹੁਕਮ ਦਿੰਦੀ ਹੈ। ਸੋ ਵੱਖਰਾ ਕੁਝ ਨਹੀਂ, ਵੱਡੀ ਗੱਲ ਤੇ ਇਹ ਵੀ ਵੱਖਰਾ ਹੈ। ਜਿਹੜੀ ਡਾਇਵਰਸਿਟੀ ਆ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰਦੇ ਸੀ ਉਹ ਨਹੀਂ ਆਈ ਹੈ ਨਾ। ਦੂਜਾ ਇਹ ਹੈਗਾ ਵੀ ਹੁਣ ਉਹ ਮਤਾ ਇਹਨਾਂ ਦਾ ਹੈਗਾ ਵੀ ਰਾਜ ਸਭਾ ਵਿੱਚ ਹੋ ਸਕਦਾ ਨਾ ਪਾਸ ਹੋਵੇ, ਕਿਉਂਕਿ ਲੋਕ ਸਭਾ ਵਿੱਚ ਮੈਜੋਰਿਟੀ ਆ ਭਾਰਤੀ ਜਨਤਾ ਪਾਰਟੀ ਦੀ, ਔਰ ਰਾਜ ਸਭਾ ਵਿੱਚ ਬਹੁਤ ਥਿਨ ਮਾਈਨੋਰਿਟੀ ਆ, ਮੈਜੋਰਿਟੀ ਹੈਗੀ ਆ। ਸੋ ਭਾਰਤੀ ਜਨਤਾ ਪਾਰਟੀ ਤਾਂ ਉਸ ਮੌਕੇ ਵੀ ਮਤੇ ਪਾਸ ਕਰਵਾ ਗਈ ਜਦੋਂ ਉਹਨਾਂ ਦੀ ਮੈਜੋਰਿਟੀ ਵੀ ਨਹੀਂ ਸੀ। ਕਿਸਾਨੀ ਬਿੱਲ ਆ, ਕਿੰਨਾ ਵੱਡਾ ਗੈਪ ਸੀ, 60-62 ਬੰਦਿਆਂ ਦਾ ਗੈਪ ਸੀ ਹਨਾ। ਸੋ ਮੇਰਾ ਖਿਆਲ 45-46 ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਉਹ ਸਸਪੈਂਡ ਕਰਕੇ ਉਹ ਗਿਣਤੀ ਘਟਾ ਕੇ ਤੇ ਉਹ ਜਿਹੜਾ ਮਤਾ ਜਿਹੜਾ ਕਿਸਾਨੀ ਬਿੱਲ ਸੀ ਉਹ ਰਾਜ ਸਭਾ 'ਚ ਪਾਸ ਕਰਾ ਲਏ ਸੀ। ਸੋ ਸਾਨੂੰ ਨਹੀਂ ਲੱਗਦਾ ਵੀ ਹੁਣ ਤਾਂ ਜਿੱਦਾਂ ਬਹੁਤ ਘੱਟ ਐਮਪੀਜ਼ ਦਾ ਫਰਕ ਰਹਿ ਗਿਆ ਰਾਜ ਸਭਾ ਵਿੱਚ। ਸੋ ਹੁਣ ਭਾਰਤੀ ਜਨਤਾ ਪਾਰਟੀ ਲਈ ਕੋਈ ਇੰਨਾ ਔਖਾ ਨਹੀਂ ਹੈ। ਪਰ ਪੰਜਾਬ ਵਿਧਾਨ ਸਭਾ ਦਾ ਜਿਹੜਾ ਇਹ ਇਜਲਾਸ ਆ, ਇਹਨੇ ਇੱਕ ਗਲਤ ਪਿਰਤਾਂ ਪਾਈਆਂ ਜਿਹੜੀਆਂ ਰਾਜਪਾਲ ਔਰ ਰਾਜ ਸਰਕਾਰ ਦੇ ਦਰਮਿਆਨ ਇੱਕ ਚੰਗਾ ਕੋਆਰਡੀਅਲ ਰਿਲੇਸ਼ਨਸ਼ਿਪ ਹੁੰਦਾ, ਉਹ ਲਗਾਤਾਰ 1 ਸਾਲ ਤੋਂ ਖਤਮ ਹੋ ਰਿਹਾ ਹੈਗਾ। ਸੋ ਮਨਮਾਨੀਆਂ ਕਦੇ ਰਾਜਪਾਲ ਵੀ ਕਰ ਜਾਂਦੇ ਨੇ ਤੇ ਕਦੇ ਮੁੱਖ ਮੰਤਰੀ ਆ ਉਹ ਵੀ ਕਰ ਜਾਂਦੇ ਨੇ। ਸਾਨੂੰ ਲੱਗਦਾ ਵੀ ਇਹ ਹੈਲਦੀ ਡੈਮੋਕ੍ਰੇਸੀ ਲਈ ਠੀਕ ਨਹੀਂ ਹੈ। ਦੋਹਾਂ ਨੂੰ ਬੈਠ ਕੇ ਸਲਾਹ ਮਸ਼ਵਰਾ ਕਰਕੇ ਇੱਕ ਚੰਗਾ ਪੰਜਾਬ ਦਾ ਜਿਹੜਾ ਇੱਕ ਚੰਗਾ ਅਕਸਾ ਉਹ ਸਾਹਮਣੇ ਲਿਆਉਣਾ ਚਾਹੀਦਾ।